हाँ जी, स्वागत है तुहाडा सारिਆਂ ਦਾ ਆਪਣੇ ਚੈਨਲ ਦੇ ਉੱਪਰ। ਤਾਂ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਉਹ ਟੀਚਿੰਗ ਲਰਨਿੰਗ ਪ੍ਰੋਸੈਸ ਦਾ ਫਸਟ ਟੌਪਿਕ ਹੈ ਜਿਹੜਾ ਤੁਹਾਡੇ ਸਿਲੇਬਸ ਦੇ ਵਿੱਚੋਂ। ਉਹਦੇ ਫਸਟ ਟੌਪਿਕ ਦੀ ਗੱਲ ਕਰਾਂਗੇ ਤਾਂ ਫਸਟਲੀ ਆਪਾਂ ਗੱਲ ਕਰ ਲੈਂਦੇ ਹਾਂ ਕਨਸੈਪਟ ਆਫ ਟੀਚਿੰਗ। ਟੀਚਿੰਗ ਕੀ ਹੈ, ਕੀ ਸੰਕਲਪ ਹੈ ਟੀਚਿੰਗ ਦਾ। ਤਾਂ ਟੀਚਿੰਗ ਇਜ਼ ਅ ਪ੍ਰੋਸੈਸ ਇਨ ਵਿਚ ਵਨ ਇੰਡੀਵਿਜੂਅਲ ਟੀਚਰਸ ਔਰ ਇੰਸਟਰਕਟ ਅਨਦਰ ਇੰਡੀਵਿਜੂਅਲ। ਮੀਨਿੰਗ ਕਿ ਟੀਚਿੰਗ ਇੱਕ ਐਵੇਂ ਦੀ ਪ੍ਰਕਿਰਿਆ ਹੈ, ਇੱਕ ਐਵੇਂ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਇੱਕ ਜਿਹੜਾ ਵਿਅਕਤੀ ਹੈ ਉਹ ਟੀਚ ਕਰਦਾ, ਪੜ੍ਹਾਉਂਦਾ ਜਾਂ ਇੰਸਟਰਕਟ ਕਰਦਾ, ਹਦਾਇਤਾਂ ਦਿੰਦਾ ਦੂਜੇ ਵਿਅਕਤੀਆਂ ਨੂੰ। ਟੀਚਿੰਗ ਇਜ਼ ਕੰਸੀਡਰਡ ਐਜ਼ ਦੀ ਐਕਟ ਆਫ ਇੰਪਾਰਟਿੰਗ ਇੰਸਟਰਕਸ਼ਨਸ ਟੂ ਦੀ ਲਰਨਰਸ ਇਨ ਦੀ ਕਲਾਸਰੂਮ ਸਿਚੁਏਸ਼ਨਸ। ਕਲਾਸਰੂਮ ਦੀ ਜਿਹੜੀ ਸਥਿਤੀ ਹੁੰਦੀ ਹੈ, ਇਨਵਾਇਰਮੈਂਟ ਹੁੰਦਾ, ਉਹਦੇ ਵਿੱਚ ਟੀਚਿੰਗ ਦੇ ਅੰਡਰ ਕੀ ਐਕਟ ਕੀਤਾ ਜਾਂਦਾ ਹੈ, ਕੀ ਕੰਮ ਕੀਤਾ ਜਾਂਦਾ ਹੈ ਕਿ ਲਰਨਰਸ ਨੂੰ, ਮੀਨਿੰਗ ਕਿ ਸਟੂਡੈਂਟਸ ਨੂੰ ਜਿਹੜੀਆਂ ਇੰਸਟਰਕਸ਼ਨਸ ਨੇ ਉਹ ਦਿੱਤੀਆਂ ਜਾਂਦੀਆਂ ਨੇ। ਇਟ ਇਜ਼ ਵਾਚਿੰਗ ਸਿਸਟਮੈਟਿਕਲੀ, ਜਿਹੜਾ ਸਿਸਟਮੈਟਿਕਲੀ ਇਸ ਚੀਜ਼ ਨੂੰ ਅਸੀਂ ਵਾਚ ਕਰਦੇ ਹਾਂ, ਦੇਖਦੇ ਹਾਂ, ਕਿਉਂਕਿ ਡੇ ਬਾਏ ਡੇ ਜਿਹੜੀ ਹੈ ਡੇਲੀ ਟੀਚਿੰਗ ਹੈ ਜਿਹੜੀ ਉਹ ਚੱਲਦੀ ਰਹਿੰਦੀ ਆ। ਨੈਕਸਟ ਆਪਾਂ ਗੱਲ ਕਰਾਂਗੇ ਡੈਫੀਨੇਸ਼ਨਸ ਦੀ। ਤਾਂ ਅਕੋਰਡਿੰਗ ਟੂ ਡੈਵੀ ਹੈ, ਡੈਵੀ ਕਹਿ ਰਿਹਾ ਕੰਸੀਡਰਡ ਇਜ਼ it is a multiplication of the situations where the learner will acquire skills and insight with his own intuitions। ਕਿ ਜਿਹੜੀ ਟੀਚਿੰਗ ਹੈ ਉਹ ਮੈਨੀਪੂਲੇਟ ਕੀਤੀ ਹੁੰਦੀ ਹੈ ਅਕੋਰਡਿੰਗ ਟੂ ਸਿਚੁਏਸ਼ਨਸ, ਸਥਿਤੀ ਦੇ ਅਨੁਸਾਰ, ਜਿੱਥੇ ਕਿ ਜਿਹੜਾ ਵਿਦਿਆਰਥੀ ਹੈ ਉਹ ਸਕਿੱਲਸ ਨੂੰ ਅਕਵਾਇਰ ਕਰਦਾ ਹੈ, ਇਨਸਾਈਟ ਕਰਦਾ ਹੈ, ਦੇਖਦਾ ਵਿਦ ਹਿਜ਼ ਓਨ ਇੰਟੀਏਸ਼ਨਸ, ਆਪਦੀ ਇੰਟੀਏਸ਼ਨ ਦੇ ਅਕੋਰਡਿੰਗਲੀ ਉਹਨਾਂ ਨੂੰ ਦੇਖਦਾ। ਸੈਕੰਡਲੀ ਜੇ ਆਪਾਂ ਗੱਲ ਕਰੀਏ ਡੈਫੀਨੇਸ਼ਨਸ ਦੀ, ਡੈਫੀਨੇਸ਼ਨਸ ਆਫ ਟੀਚਿੰਗ ਨੇ ਅਲੱਗ ਤੋਂ ਦਿੱਤੀਆਂ ਹੋਈਆਂ ਨੇ, ਜਿਹਦੇ 'ਚ JHC ਮੋਰਿਸਨ ਹੈ ਉਹ ਕਹਿ ਰਿਹਾ ਟੀਚਿੰਗ ਇਜ਼ ਐਨ ਇੰਟੀਮੇਟ ਕੰਟੈਕਟ ਬਿਟਵੀਨ ਦੀ ਮੋਰ ਮੈਚੋਰ ਪਰਸਨੈਲਿਟੀ ਐਂਡ ਆ ਲੈਸ ਮੈਚੋਰ ਵਨ। ਤਾਂ ਜਿਹੜਾ ਅਧਿਆਪਨ ਹੈ, ਜਿਹੜੀ ਟੀਚਿੰਗ ਹੈ, ਉਹ ਇੱਕ ਐਵੇਂ ਦਾ ਸੰਪਰਕ ਹੈ ਕਿ ਜਿੱਥੇ ਕੀ ਹੈ ਘੱਟ ਪਰਿਪੱਕ ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਨੂੰ ਜ਼ਿਆਦਾ ਪਰਿਪੱਕ ਵਿਅਕਤੀ ਦੇ ਵਿਚਕਾਰ ਦਾ ਇੱਕ ਸੰਬੰਧ ਹੈ। ਮਤਲਬ ਕਿ ਇੱਕ ਮੋਰ ਮੈਚਿਓਰ, ਮਤਲਬ ਕਿ ਜਿਹੜਾ ਤੁਹਾਡਾ ਟੀਚਰ ਆ ਉਹ ਮੋਰ ਮੈਚਿਓਰ ਹੋਏਗਾ, ਮੋਰ ਮੈਚਿਓਰ ਪਰਸਨੈਲਿਟੀ ਆ ਉਹ, ਅਤੇ ਉਹ ਜਿਹੜੇ ਸਟੂਡੈਂਟ ਨੇ ਉਹ ਲੈਸ ਮੈਚਿਓਰ ਨੇ, ਉਹਨਾਂ ਨੂੰ ਇਸ ਦੇ ਵਿੱਚ ਟੀਚ ਕੀਤਾ ਜਾਂਦਾ, ਉਹਨਾਂ ਦੇ ਆਪਸ ਦੇ ਵਿੱਚ ਦਾ ਰਿਲੇਸ਼ਨ ਹੈ। ਨੈਕਸਟ ਹੈਗਾ ਜੈਕਸਨ। ਜੈਕਸਨ ਕਹਿ ਰਿਹਾ ਟੀਚਿੰਗ ਇਜ਼ ਅ ਫੇਸ ਟੂ ਫੇਸ ਇਨਕਾਊਂਟਰਸ ਬਿਟਵੀਨ ਟੂ ਔਰ ਮੋਰ ਪਰਸਨਸ, one of whom teacher intends to effect certain changes in the other participants। ਮੀਨਿੰਗ ਕਿ ਜਿਹੜੀ ਟੀਚਿੰਗ ਹੈ, ਅਧਿਆਪਨ ਹੈ, ਉਹ ਫੇਸ ਟੂ ਫੇਸ ਇਨਕਾਊਂਟਰ ਹੈ, ਮਤਲਬ ਕਿ ਫੇਸ ਟੂ ਫੇਸ ਕਮਿਊਨੀਕੇਸ਼ਨ ਹੈ ਦੋ ਤੋਂ ਜ਼ਿਆਦਾ ਵਿਅਕਤੀਆਂ ਦੇ ਵਿਚਕਾਰ, ਜਿੱਥੇ ਕਿ ਜਿੱਥੇ ਕਿ ਇੱਕ ਮੀਨਿੰਗ ਕਿ ਇੱਕ ਟੀਚਰ ਹੋਊਗਾ, intends to effect certain changes in the other, ਜਿੱਥੇ ਕਿ ਦੂਜੇ ਵਿਅਕਤੀਆਂ ਦੇ ਵਿੱਚ, ਦੂਜੇ ਪਾਰਟੀਸਪੈਂਟਸ ਦੇ ਵਿੱਚ ਜਿਹੜਾ ਹੈਗਾ ਚੇਂਜਸ ਦੇਖਣ ਨੂੰ ਮਿਲਦੇ ਆ। ਤਾਂ ਉਹ ਜਿਹੜੇ ਦੂਜੇ ਵਿਅਕਤੀ ਹੋਣਗੇ ਉਹ ਕਿਹੜੇ ਹੋਣਗੇ? ਸਟੂਡੈਂਟਸ। ਨੈਕਸਟ ਹੈਗੀ ਹੈ ਕਲਰਕ। ਕਲਰਕ ਕਹਿ ਰਿਹਾ ਕਿ ਟੀਚਿੰਗ ਰੈਫਰਸ ਟੂ ਐਕਟੀਵਿਟੀਜ਼ ਦੈਟ ਆਰ ਡਿਜ਼ਾਈਨਡ ਐਂਡ ਪਰਫੋਰਮਡ ਟੂ ਪ੍ਰੋਡਿਊਸ ਇਨ ਸਟੂਡੈਂਟਸ ਬਿਹੇਵੀਅਰ। ਜਿਹੜੀ ਟੀਚਿੰਗ ਹੈ ਉਹ ਰੈਫਰ ਕਰਦੀ ਹੈ ਉਹ ਕਿ ਐਵੇਂ ਦੀਆਂ ਐਕਟੀਵਿਟੀਜ਼ ਨੂੰ, ਐਵੇਂ ਦੀਆਂ ਗਤੀਵਿਧੀਆਂ ਨੂੰ ਰੈਫਰ ਕਰਦੀ ਹੈ ਜਿੱਥੇ ਕਿ ਸਟੂਡੈਂਟਸ ਦੇ ਬਿਹੇਵੀਅਰ ਨੂੰ ਡਿਜ਼ਾਈਨ ਕੀਤਾ ਜਾਂਦਾ, ਉਹਨਾਂ ਨੂੰ ਪਰਫੋਰਮ ਕੀਤਾ ਜਾਂਦਾ, ਮਤਲਬ ਕਿ ਉਹਨਾਂ ਦੀ ਬਿਹੇਵੀਅਰ ਦੀ ਡਿਜ਼ਾਈਨਿੰਗ ਅਤੇ ਪਰਫੋਰਮੈਂਸ ਜਿਹੜੀ ਹੈਗੀ ਆ ਉਹ ਪ੍ਰੋਡਿਊਸ ਕੀਤੀ ਜਾਂਦੀ ਹੈ। ਨੈਕਸਟ ਆਪਾਂ ਕਰਾਂਗੇ 3 ਵਿਊ ਪੁਆਇੰਟਸ ਆਫ ਦੀ ਟੀਚਿੰਗ। ਤਾਂ ਟੀਚਿੰਗ ਦੇ ਜੇ ਅਸੀਂ ਕੋਈ ਵਿਊ ਪੁਆਇੰਟ ਤੋਂ ਗੱਲ ਕਰੀਏ ਤਾਂ ਟੀਚਿੰਗ ਜਿਹੜੀ ਹੁੰਦੀ ਹੈ ਉਹਦੇ 3 ਵਿਊ ਪੁਆਇੰਟ ਹੁੰਦੇ ਨੇ। ਫਸਟ ਹੁੰਦਾ ਅਥੋਰੀਟੇਰੀਅਨ, ਸੈਕਿੰਡ ਹੁੰਦਾ ਡੈਮੋਕ੍ਰੇਟਿਕ, ਐਂਡ ਥਰਡ ਵਨ ਹੁੰਦਾ ਲਜ਼ੀਜ਼ ਫੇਅਰ। ਤਾਂ ਅਥੋਰੀਟੇਰੀਅਨ ਦੀ ਗੱਲ ਕਰਦੇ ਹਾਂ ਕਿ ਪਹਿਲਾਂ ਇਹ ਸਮਝ ਲੈਂਦੇ ਕਿ ਅਥੋਰੀਟੇਰੀਅਨ ਤੋਂ ਭਾਵ ਕੀ ਹੈ। ਅਥੋਰੀਟੇਰੀਅਨ ਮਤਲਬ ਕਿ ਅਥੋਰਿਟੀ ਕਿਸੇ ਪਾਰਟੀਕੂਲਰ ਇਨਸਾਨ ਦੇ, ਕਿਸੇ ਪਾਰਟੀਕੂਲਰ ਵਿਅਕਤੀ ਦੇ, ਇੰਡੀਵਿਜੂਅਲ ਦੇ ਹੱਥ ਦੇ ਵਿੱਚ ਕੋਈ ਅਥੋਰਿਟੀ ਹੁੰਦੀ ਹੈ। ਲਾਅ ਐਂਡ ਆਰਡਰ ਦੀ ਗੱਲ ਆਪਾਂ ਇੱਥੇ ਕਰ ਸਕਦੇ ਹਾਂ ਕਿ ਲਾਅ ਹੁੰਦਾ, ਲਾਅ ਬਣਿਆ ਅਤੇ ਸਿਰਫ ਉਹਦਾ ਆਰਡਰ ਹੈ ਜਿਹੜਾ ਮਤਲਬ ਕਿ ਇੰਪਲੀਮੈਂਟ ਕੀਤੇ ਜਾਂਦੇ ਨੇ। ਤਾਂ ਟੀਚਿੰਗ ਇਜ਼ ਐਨ ਐਕਟੀਵਿਟੀ ਆਫ ਮੈਮਰੀ ਲੈਵਲ ਓਨਲੀ। ਅਥੋਰੀਟੇਰੀਅਨ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਟੀਚਿੰਗ ਹੈ ਉਹ ਸਿਰਫ ਮੈਮਰੀ ਲੈਵਲ ਦੇ ਨਾਲ ਜਿਹੜੀ ਹੈਗੀ ਹੈ ਇਹਦੇ 'ਚ ਕੰਮ ਕਰਦਾ, ਟੀਚਿੰਗ ਦਾ ਮੈਮਰੀ ਲੈਵਲ। ਦਿਸ ਟੀਚਿੰਗ ਡਜ਼ ਨਾਟ ਡਿਵੈਲਪ ਥਾਟਸ ਐਂਡ ਐਟੀਟਿਊਡ ਇਨ ਦੀ ਸਟੂਡੈਂਟਸ। ਜਿਹੜੀ ਇਹ ਟੀਚਿੰਗ ਹੈ ਇਹਦੇ 'ਚ ਜਿਹੜੇ ਸਟੂਡੈਂਟਸ ਦਾ ਐਟੀਟਿਊਡ ਅਤੇ ਜਿਹੜੇ ਥਾਟਸ ਨੇ ਉਹਨਾਂ ਨੂੰ ਵਿਕਸਿਤ ਨਹੀਂ ਕੀਤਾ ਜਾਂਦਾ, ਸਿਰਫ ਬੱਚਿਆਂ ਦੀ ਯਾਦਾਸ਼ਤ ਦੇ ਉੱਪਰ ਜਿਹੜਾ ਹੈਗਾ ਜ਼ੋਰ ਦਿੱਤਾ ਜਾਂਦਾ ਹੈ ਕਿ ਟੀਚਰ ਕਲਾਸ ਦੇ ਵਿੱਚ ਯਾਦ ਕਰਕੇ ਆਇਆ ਜਾਂ ਪ੍ਰਪੇਅਰ ਕਰਕੇ ਆਇਆ ਅਤੇ ਬੱਚਿਆਂ ਨੂੰ ਯਾਦ ਕਰਵਾਉਣ ਦੇ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਚੀਜ਼ ਯਾਦ ਕਰਨੀ ਹੈ ਜਾਂ ਪੜ੍ਹਨੀ ਹੈ। ਇਜ਼ ਨੋਨ ਐਜ਼ ਥਾਟਲੈਸ ਟੀਚਿੰਗ, ਮਤਲਬ ਕਿ ਇਹਨੂੰ ਅਸੀਂ ਵਿਚਾਰ ਮੁਕਤ ਜਾਂ ਮਤਲਬ ਕਿ ਵਿਚਾਰਾਂ ਤੋਂ ਰਹਿਤ ਅਧਿਆਪਨ ਵੀ ਕਹਿ ਦਿੰਦੇ ਹਾਂ। ਦਿਸ ਟੀਚਿੰਗ ਇਜ਼ ਟੀਚਰਸ ਸੈਂਟਰਿਕ ਕ੍ਰਿਟੀਸਿਜ਼ਮ ਆਫ ਦੀ ਟੀਚਰਸ। ਤਾਂ ਇਹ ਜਿਹੜੀ ਅਪਰੋਚ ਹੁੰਦੀ ਹੈ ਉਹ ਟੀਚਰ ਸੈਂਟਰਿਕ ਹੁੰਦੀ ਹੈ, ਮਤਲਬ ਕਿ ਇਹਦੇ ਵਿੱਚ ਜਿੰਨੀ ਵੀ ਅਥੋਰਿਟੀ ਹੁੰਦੀ ਹੈ, ਜੋ ਵੀ ਮਤਲਬ ਕਿ ਟਾਈਮ ਪੀਰੀਅਡ ਹੁੰਦਾ, ਸਬਜੈਕਟ ਮੈਟਰ ਹੁੰਦਾ, ਉਹ ਟੀਚਰਸ ਦੇ ਹੱਥਾਂ ਦੇ ਵਿੱਚ ਹੁੰਦਾ।
ਨੈਕਸਟ ਹੈਗੀ ਆਪਣੀ ਡੈਮੋਕ੍ਰੈਟਿਕ ਟੀਚਿੰਗ। ਡੈਮੋਕ੍ਰੈਟਿਕ ਟੀਚਿੰਗ ਜਿਹੜੀ ਹੁੰਦੀ ਆ ਉਹ ਹੁੰਦੀ ਹੈ ਟੀਚਿੰਗ ਇਜ਼ ਡਨ ਐਟ ਅੰਡਰਸਟੈਂਡਿੰਗ ਲੈਵਲ, ਜਿੱਥੇ ਸਮਝਦਾਰੀ ਦੇ ਪੱਧਰ ਨੂੰ ਜਿਹੜਾ ਹੈਗਾ ਜਗ੍ਹਾ ਦਿੱਤੀ ਜਾਂਦੀ ਹੈ। ਡੈਮੋਕ੍ਰੈਟਿਕ ਤੋਂ ਮੀਨਿੰਗ ਸਮਝ ਰਹੇ ਹੋ ਕਿ ਲੋਕਤੰਤਰੀ ਅਧਿਆਪਨ, ਜਿੱਥੇ ਕਿ ਸਟੂਡੈਂਟ ਅਤੇ ਟੀਚਰ ਦੋਨੋਂ ਜਿਹੜੇ ਹੈਗੇ ਨੇ ਇੱਕ ਦੂਜੇ ਦੇ ਨਾਲ ਮਿਲ ਕੇ ਕੰਟੈਕਟ ਕਰਕੇ ਡਿਸਕਸ਼ਨ ਕਰਕੇ ਜਿਹੜਾ ਟੌਪਿਕ ਹੈ ਉਹ ਕਲਾਸ ਦੇ ਵਿੱਚ ਟੀਚ ਕਰਵਾਇਆ ਜਾਂਦਾ ਹੈ। ਸੱਚ ਟੀਚਿੰਗ ਇਜ਼ ਨੋਨ ਐਜ਼ ਥਾਟਫੁਲ ਟੀਚਿੰਗ। ਤਾਂ ਇਹ ਜਿਹੜੀ ਟੀਚਿੰਗ ਹੈ ਇਹਨੂੰ ਥਾਟਫੁਲ ਟੀਚਿੰਗ ਦੇ ਨਾਮ ਨਾਲ ਅਸੀਂ ਜਾਣ ਸਕਦੇ ਹਾਂ, ਕਿਉਂਕਿ ਇੱਥੇ ਬੱਚਿਆਂ ਟੀਚਰ ਆਪਣੇ ਵਿਚਾਰਾਂ ਦੇ ਨਾਲ ਨਾਲ ਬੱਚਿਆਂ ਦੇ ਵਿਚਾਰਾਂ ਨੂੰ ਵੀ ਜਿਹੜੀ ਹੈਗੀ ਹੈ ਪਹਿਲ ਦਿੰਦਾ। ਅਕੋਰਡਿੰਗ ਟੂ ਦਿਸ ਪੁਆਇੰਟ ਆਫ ਵਿਊ, ਟੀਚਿੰਗ ਇਜ਼ ਐਨ ਇੰਟਰੈਕਟਿਵ ਪ੍ਰੋਸੈਸ ਪ੍ਰਾਈਮਰਲੀ ਇਨਵੋਲਵਿੰਗ ਕਲਾਸਰੂਮ ਟਾਕਸ ਵਿਚ ਟੇਕਸ ਪਲੇਸ ਬਿਟਵੀਨ ਟੀਚਰ ਐਂਡ ਸਟੂਡੈਂਟ। ਤਾਂ ਜ਼ਿਆਦਾ ਜਿਹੜੀ ਹੁੰਦੀ ਹੈ ਇਹਦੇ ਵਿੱਚ ਜਿਹੜੀ ਇਨਵੋਲਵ ਕੀਤੀ ਜਾਂਦੀ ਹੈ ਕਲਾਸਰੂਮ ਦੀਆਂ ਆਪਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਜਿਹੜੀ ਕਿ ਟੀਚਰ ਅਤੇ ਸਟੂਡੈਂਟਸ ਦੇ ਵਿੱਚ ਹੁੰਦੀਆਂ ਨੇ। ਕੁਐਸਚਨ ਅਤੇ ਕ੍ਰਿਟੀਸਾਈਜ਼ ਹੁੰਦਾ ਇਹਦੇ ਵਿੱਚ। ਟੀਚਰ ਜਿਹੜਾ ਸਟੂਡੈਂਟਸ ਆ ਜਿਹੜੇ ਉਹ ਟੀਚਰ ਤੋਂ ਕੁਐਸਚਨ ਪੁੱਛ ਸਕਦੇ, ਜਿਹੜਾ ਟੀਚਰ ਆ ਉਹ ਸਟੂਡੈਂਟਸ ਤੋਂ ਕੁਐਸਚਨ ਪੁੱਛ ਸਕਦਾ। ਨੈਕਸਟ ਹੈਗੀ ਤੁਹਾਡੀ ਲਜ਼ੀਜ਼ ਫੇਅਰ। ਇਹ ਰਿਫਲੈਕਟਿਵ ਲੈਵਲ ਆ, ਥੋੜ੍ਹੀ ਡਿਫੀਕਲਟ ਹੁੰਦੀ ਹੈ ਰੈਦਰ ਦੈਨ ਅਥੋਰੀਟੇਰੀਅਨ ਅਤੇ ਡੈਮੋਕ੍ਰੇਟਿਕ। ਇਹਦੇ 'ਚ ਮੈਮਰੀ ਅਤੇ ਅੰਡਰਸਟੈਂਡਿੰਗ ਲੈਵਲ ਦੋਨੋਂ ਕੰਮ ਕਰਦੇ ਨੇ। ਸਟੂਡੈਂਟ ਅਤੇ ਟੀਚਰ ਜਿਹੜੇ ਹੈਗੇ ਨੇ ਉਹ ਦੋਨੋਂ ਪਾਰਟੀਸਪੇਟ ਕਰਦੇ ਨੇ। ਹਾਈਲੀ ਥੋਟਫੁਲ ਐਕਟੀਵਿਟੀ ਹੁੰਦੀ ਹੈ ਕਿ ਜ਼ਿਆਦਾ ਵਿਚਾਰ ਜਿਹੜੇ ਹੁੰਦੇ ਨੇ ਇਹਦੇ ਵਿੱਚ ਰੱਖੇ ਜਾਂਦੇ ਨੇ, ਜ਼ਿਆਦਾ ਵਿਚਾਰਪੂਰਨ ਹੁੰਦੀ ਹੈ। ਅਤੇ ਇਹ ਜਿਹੜਾ ਲੈਵਲ ਹੈ ਉਹ ਪ੍ਰੋਡਿਊਸ ਕਰਦਾ ਇਨਸਾਈਟਸ ਨੂੰ, ਮਤਲਬ ਕਿ ਜਿਹੜੀ ਚੀਜ਼ ਟੀਚਰ ਨੇ ਕਹੀ ਉਹਦੀ ਐਮਐਸ ਜਿਹੜੀ ਹੈਗੀ ਆ ਉਹ ਵਿਦਿਆਰਥੀਆਂ ਦੇ ਦਿਮਾਗ ਦੇ ਵਿੱਚ ਬਣ ਜਾਂਦੀ ਹੈ, ਉਹਦੀ ਤਸਵੀਰ, ਉਹਦਾ ਚਿੱਤਰ। ਅਤੇ ਜਿਹੜੀ ਚੀਜ਼ ਬੱਚਿਆਂ ਨੇ ਕਹੀ ਉਹਦਾ ਚਿੱਤਰ ਜਿਹੜਾ ਹੈਗਾ ਉਹ ਟੀਚਰ ਦੀ ਦਿਮਾਗ ਦੇ ਵਿੱਚ ਬਣ ਜਾਂਦਾ। ਦੈਟਸ ਵਾਈ ਇਹਨੂੰ ਇਹ ਲੈਵਲ ਕੀ ਪ੍ਰੋਡਿਊਸ ਕਰਦਾ, ਇਨਸਾਈਟ, ਦੇਖਣਾ ਜਿਹੜਾ ਹੈਗਾ ਉਹ ਪੈਦਾ ਕਰਦਾ। ਥੈਂਕ ਯੂ। ਕੱਲ੍ਹ ਜਿਹੜਾ ਆਪਾਂ ਨੈਕਸਟ ਟੌਪਿਕ ਕਰਾਂਗੇ ਉਹ ਤੁਹਾਨੂੰ ਜਲਦੀ ਜਿਹੜਾ ਹੈਗਾ ਉਹਦੀ ਅਪਡੇਸ਼ਨ ਦੇ ਦਿੱਤੀ ਜਾਏਗੀ। ਥੈਂਕ ਯੂ ਸੋ ਮਚ। ਜਿਨ੍ਹਾਂ ਨੇ ਹਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਰਿਕੁਐਸਟ